थैंक यू वेरी मच जी सारे तुसीं आए हो इत्थे जिहड़ी अज दी प्रैस कॉन्फ्रेंस आ मेन फोकस जिहड़ा इहदा है। हाँ जी जी ਇਹਦੇ 'ਚ ਇੱਕ ਤਾਂ ਜੀ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਹੈ ਕਿ ਡਰੱਗਸ ਦੇ ਉੱਤੇ ਬਹੁਤ ਸਖਤ ਕੈਂਪੇਨਿੰਗ ਸ਼ੁਰੂ ਕੀਤੀ ਜਾਵੇ ਸਾਰੀ ਸਟੇਟ ਦੇ ਵਿੱਚ ਔਰ ਇਹਦੇ 'ਚ ਹਰ ਵੀਕਲੀ ਬੇਸਿਸ ਦੇ ਉੱਤੇ ਇੱਕ ਅਸੀਂ ਰਿਵਿਊ ਸਟਾਰਟ ਕੀਤਾ ਜਿਹਦੇ 'ਚ ਸਾਰੇ ਜਿਹੜੇ ਕੰਸਰਨ ਸੀਪੀਜ਼ ਆ ਐਸਐਸਪੀਜ਼ ਆ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਵੀਕਲੀ ਬੇਸਿਸ ਤੇ ਐਨਾਲਾਈਜ਼ ਕੀਤੀ ਜਾਊਗੀ ਕਿ ਡਰੱਗਸ ਤੇ ਕੀ ਕੰਮ ਕੀਤਾ ਉਹਨਾਂ ਨੇ। ਉਸੇ ਦੇ ਮੱਦੇਨਜ਼ਰ ਜਿਹੜਾ ਲਾਸਟ ਵੀਕ ਆ ਉਹਦੇ 'ਚ ਵੀ ਕਾਫੀ ਵਧੀਆ ਕੰਮ ਹੋਇਆ, ਸਾਰੇ ਯੂਨਿਟਸ ਨੇ ਬੜਾ ਵਧੀਆ ਕੰਮ ਕੀਤਾ ਜਿਹਦੇ ਵਿੱਚ 676 ਜਿਹੜੇ ਨੇ ਡਰੱਗ ਸਮਗਲਰਸ ਓਬਲੀਕ ਪੈਡਲਰਸ ਉਹਨਾਂ ਨੂੰ ਅਰੈਸਟ ਕੀਤਾ ਔਰ 579 FIRs ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਜਿਹਦੇ 'ਚ ਕਰੀਬ 5.57 ਕਿਲੋ ਹੈਰੋਇਨ, ਕਰੀਬ 17 ਕਿਲੋ OPM, 25 ਕਿਲੋ ਗਾਂਜਾ, 7 ਕੁਇੰਟਲ ਜਿਹੜੀ ਆ ਪੌਪੀ ਹਸਕ और 2.25 ਲੱਖ ਜਿਹੜੀਆਂ ਨੇ ਇੰਟੌਕਸੀਕੇਟਿੰਗ ਪਿਲਸ ਜਿਹੜੀਆਂ ਨੇ ਟੈਬਲੇਟਸ ਐਂਡ ਪਿਲਸ ਉਹ ਫੜੀਆਂ ਹੈ। DGP ਸਾਹਿਬ ਮਿਸਟਰ ਗੌਰਵ ਯਾਦਵ ਜੀ ਨੇ ਵੀ ਜਦੋਂ ਦਾ ਚਾਰਜ ਲਿਆ ਵਾ ਉਹਨਾਂ ਨੇ ਆਪ ਅੱਗੇ ਲੱਗ ਕੇ ਇਸ ਫਰੰਟ ਦੇ ਉੱਤੇ ਕੰਮ ਸਟਾਰਟ ਕੀਤਾ। ਜਿੱਦਾਂ ਪਿਛਲੇ ਦਿਨੀ ਤੁਸੀਂ ਦੇਖਿਆ ਜਿਹੜਾ ਸਪੈਸ਼ਲ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਸੀ ਉਹਦੇ ਦੌਰਾਨ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੀਆਂ ਡਰੱਗਸ ਰਿਕਵਰ ਹੋਈਆਂ ਵਾ। 32 ਜਿਹੜੇ ਨੇ ਪ੍ਰੋਕਲੇਮਡ ਅਫੈਂਡਰਸ ਤੇ ਅਬਸਕੌਂਡਰਸ 32 ਜਿਹੜੇ ਡਰੱਗ ਸਮਗਲਿੰਗ ਦੇ ਨਾਲ ਰਿਲੇਟਡ ਸੀਗੇ ਉਹ ਪਿਛਲੇ ਹਫਤੇ ਦੇ ਵਿੱਚ ਫੜੇ ਗਏ। ਸੋ ਮੇਨ ਫੋਕਸ ਜਿਹੜਾ ਵਾ ਉਹ ਰਿਕਵਰੀ ਆਫ ਡਰੱਗਸ ਦੇ ਉੱਤੇ, ਡਰੱਗਸ ਰਿਲੇਟਡ ਜਿਹੜੇ POs ਆ ਉਹਨਾਂ ਦੇ ਉੱਤੇ, ਪਲੱਸ ਜਿਹੜੇ ਹੌਟ ਸਪੌਟਸ ਜਿਹੜੇ ਏਰੀਆਜ਼ ਨੇ ਹਰ ਜ਼ਿਲ੍ਹੇ ਦੇ ਵਿੱਚ ਕੰਸਰਨਡ SSPs ਔਰ CPs ਨੂੰ ਕਿਹਾ ਗਿਆ ਕਿ ਆਪਣੇ ਆਪਣੇ ਏਰੀਆ ਦੇ ਵਿੱਚ ਹੌਟ ਸਪੌਟਸ ਆਇਡੈਂਟੀਫਾਈ ਕਰੋ, ਉਹ ਏਰੀਆ ਆਇਡੈਂਟੀਫਾਈ ਕਰੋ ਜਿਹੜੇ ਜ਼ਿਆਦਾ ਗ੍ਰਸਤ ਨੇ ਜਿੱਥੇ ਜ਼ਿਆਦਾ ਡਰੱਗਸ ਦੀ ਪ੍ਰੈਵਲੈਂਸ ਆ ਔਰ ਉਹਨਾਂ ਏਰੀਆਜ਼ ਦੇ ਉੱਤੇ ਫੋਕਸ ਕਰਕੇ ਉਹਨਾਂ ਏਰੀਆਜ਼ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਏ ਜਾਣ। ਉਹਨਾਂ ਏਰੀਆਜ਼ ਦੇ ਵਿੱਚ ਆਇਡੈਂਟੀਫਾਈ ਕੀਤਾ ਜਾਵੇ ਕਿ ਕਿਹੜੇ ਕੈਟੇਗਰੀ ਵਾਈਜ਼ ਕਿਹੜੇ ਟਾਈਪ ਦੇ ਸਮਗਲਰਸ ਨੇ, ਕਿਹੜੇ ਟਾਈਪ ਦੇ ਪੈਡਲਰਸ ਨੇ ਔਰ ਉਹਨਾਂ ਦੇ ਉੱਤੇ ਸਖਤੀ ਕੀਤੀ ਜਾਵੇ। ਇਸੇ ਤਰ੍ਹਾਂ ਜਿਹੜਾ ਪ੍ਰਾਪਰਟੀ ਕਈ ਸਮਗਲਰਸ ਨੇ ਜਿਨ੍ਹਾਂ ਨੇ ਪ੍ਰਾਪਰਟੀ ਬਣਾਈ ਹੁੰਦੀ ਆ ਇਲ ਗਾਟਨ ਪ੍ਰਾਪਰਟੀ ਜਿਹੜੀ ਡਰੱਗਸ ਦੇ ਵਿੱਚ ਬਣਾਈ ਗਈ ਹੁੰਦੀ ਆ ਉਹਦੇ ਉੱਤੇ ਵੀ 68F ਇੱਕ NDPS ਐਕਟ ਦਾ ਸੈਕਸ਼ਨ ਆ ਜਿਹਦੇ ਤਹਿਤ ਪ੍ਰਾਪਰਟੀ ਫੋਰਫੀਚਰ ਜਿਹੜੀ ਕੀਤੀ ਜਾਂਦੀ ਆ। ਸੋ ਉਹਦੇ ਵਾਸਤੇ ਵੀ ਅਸੀਂ ਸਪੈਸ਼ਲ ਇੰਸਟਰਕਸ਼ਨਸ ਜਿਹੜੀਆਂ ਹੈੱਡਕੁਆਟਰ ਤੋਂ ਜਾਰੀ ਕੀਤੀਆਂ ਵਾ ਕਿ ਉਹਦੇ ਤੇ ਵੀ ਫੋਕਸ ਕੀਤਾ ਜਾਵੇ। ਕੁਝ ਟ੍ਰੈਂਡਸ ਜਿਹੜੇ ਨੇ ਦੇਖਣ ਨੂੰ ਆਏ ਆ ਜਿਸ ਤਰ੍ਹਾਂ ਜਿਹੜੀ ਸਮਗਲਿੰਗ ਹੋ ਰਹੀ ਆ ਉਹ ਅੱਜ ਕੱਲ੍ਹ ਜੰਮੂ ਕਸ਼ਮੀਰ ਦੇ ਏਰੀਆ ਤੋਂ ਕਾਫੀ ਜ਼ਿਆਦਾ ਹੋ ਰਹੀ ਹੈ। ਜਿੱਦਾਂ ਪਿੱਛੇ IG ਬਾਰਡਰ ਰੇਂਜ ਜਿਹੜੇ ਨੇ ਉਹਨਾਂ ਨੇ ਵੀ ਇੱਕ ਐਨਾਲਿਸਿਸ ਕਰਾਇਆ ਸੀਗਾ ਔਰ ਕਾਫੀ ਸਾਰੀ ਸਮਗਲਿੰਗ ਜਿਹੜੀ ਹੈ ਜੰਮੂ ਕਸ਼ਮੀਰ ਦੇ ਏਰੀਆ ਤੋਂ ਹੋ ਰਹੀ ਹੈ। ਸਿਮਿਲਰਲੀ ਜਿਹੜੀ ਪੌਪੀ ਹਸਕਾ ਐਂਡ OPM ਆ ਇਹ ਵੀ ਅਲੱਗ-ਅਲੱਗ ਜਗ੍ਹਾ ਤੋਂ ਆ ਰਹੀ ਹੈ। ਕੁਝ ਪੌਪੀ ਹਸਕ ਜੰਮੂ ਕਸ਼ਮੀਰ ਦੇ ਏਰੀਆ ਰਾਹੀਂ, ਇਸੇ ਤਰ੍ਹਾਂ ਜਿਹੜੀ OPM ਆ ਉਹ ਕਈ ਹੋਰ ਸਟੇਟਸ ਤੋਂ ਆ ਰਹੀ ਆ। STF ਨੇ ਪਿਛਲੇ ਦਿਨਾਂ ਦੇ ਵਿੱਚ ਆਈਸ ਡਰੱਗ ਜਿਹੜੀ ਆ ਉਹ ਬਰਾਮਦ ਕੀਤੀ ਸੀ ਜਿਹੜੀ ਕਰੀਬ 39 ਕਿਲੋ ਦੇ ਆਸ-ਪਾਸ ਹੁਣ ਤੱਕ ਜਿਹੜੀ ਆਈਸ ਡਰੱਗ ਬਰਾਮਦ ਕੀਤੀ ਹੈ ਜਿਹੜੀ ਜੋ ਮੁੱਢਲੀ ਪੁੱਛਗਿੱਛ ਦੇ ਦੌਰਾਨ ਇਹ ਪਤਾ ਲੱਗਿਆ ਸੀਗਾ ਕਿ ਉਹ ਮੋਸਟਲੀ ਜਿਹੜੀ ਆ ਐਕਸਪੋਰਟ ਕੀਤੀ ਜਾਂਦੀ ਹੈ ਜਿਹੜੀ ਕਿ ਅੱਗੇ ਪਾਰਟੀ ਡਰੱਗ ਦੇ ਤੌਰ ਤੇ ਯੂਜ਼ ਕੀਤੀ ਜਾਂਦੀ ਹੈ। ਸੋ ਸਾਰੇ ਏਰੀਆਜ਼ ਦੇ ਉੱਤੇ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ, ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਇਹ ਇੱਕ ਮੇਨ ਫੋਕਸ ਏਰੀਆ ਵਾ ਡਰੱਗਸ ਦਾ ਜਿਹਦੇ ਉੱਤੇ ਪੰਜਾਬ ਪੁਲਿਸ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਵੀਕਲੀ ਪਰਫਾਰਮੈਂਸ ਐਨਾਲਾਈਜ਼ ਕੀਤੀ ਜਾਊਗੀ, ਇਸੇ ਤਰੀਕੇ ਦੇ ਨਾਲ ਅੱਜ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਆ, ਪਹਿਲੀ ਵਾਰੀ ਆਪਾਂ ਮਿਲੇ ਆ। ਅਗਲੀ ਵਾਰੀ ਤੋਂ ਜਿਹੜੀ ਹੈ ਇਹਦੇ ਉੱਤੇ ਵੀ ਫੋਕਸ ਕੀਤਾ ਜਾਊਗਾ ਔਰ ਹਰ ਵੀਕ ਪ੍ਰੈਸ ਕਾਨਫਰੰਸ ਕਰਿਆ ਕਰਾਂਗੇ। ਔਰ ਉਹਦੇ ਵਿੱਚ ਮੇਰੀ ਇੱਕ ਰਿਕੁਐਸਟ ਆ, ਕਈ ਵਾਰੀ ਆਪਣੀਆਂ ਇਸ ਤੋਂ ਇਲਾਵਾ ਵੀ ਕੁਝ ਕੁਐਰੀਜ਼ ਹੁੰਦੀਆਂ ਹਨ, ਸੋ ਬੈਟਰ ਹੋਏਗਾ ਜੇ ਤੁਸੀਂ ਮੈਨੂੰ ਇੱਕ ਦਿਨ ਪਹਿਲਾਂ ਜਿੱਦਾਂ ਸੰਡੇ ਨੂੰ ਕੁਝ ਕੁਐਰੀਜ਼ ਭੇਜ ਸਕਦੇ ਹੋ ਕਿ ਕਿਸੇ ਹੋਰ ਇਸ਼ੂ ਨਾਲ ਰਿਲੇਟਡ ਜਿਹੜਾ ਪੁਲਿਸਿੰਗ ਨਾਲ ਰਿਲੇਟਡ ਆ ਉਹ ਵੀ ਆਪਾਂ ਫਿਰ ਉਸੇ ਦਿਨ ਆ ਕੇ ਬੈਠ ਕੇ ਵੀ ਕੈਨ ਡਿਸਕਸ ਔਰ ਤੁਹਾਡੀਆਂ ਕੁਐਰੀਜ਼ ਵੀ ਦੂਰ ਕੀਤੀਆਂ ਜਾ ਸਕਦੀਆਂ। ਕੋਸ਼ਿਸ਼ ਇਹੀ ਰਹੇਗੀ ਅੰਟਿਲ ਐਂਡ ਅਨਲੈਸ ਕੋਈ ਮੰਡੇ ਨੂੰ ਕੋਈ ਹੋਰ ਕੰਮ ਪੈ ਜਾਂਦਾ, ਅਦਰਵਾਈਜ਼ ਹਰ ਮੰਡੇ ਆਪਾਂ ਇੱਕ ਪ੍ਰੈਸ ਕਾਨਫਰੰਸ ਕਰਾਂਗੇ। ਔਰ ਇਹਦਾ ਜਿਹੜਾ ਮੇਨ ਜਿਹੜਾ ਮੁੱਦਾ ਹੈ ਜਿਹੜਾ ਸਾਡਾ ਅੱਜ ਦੀ ਡੇਟ ਦੇ ਵਿੱਚ ਉਹ ਡਰੱਗਸ ਦਾ ਮੇਨ ਮੁੱਦਾ ਵਾ ਔਰ ਡਰੱਗਸ ਤੇ ਮੇਨ ਫੋਕਸ ਆ ਪੰਜਾਬ ਪੁਲਿਸ ਦਾ ਕਿਉਂਕਿ
ਇਹ ਵੱਡਾ ਇੰਡੈਵਰ ਆ ਪੰਜਾਬ ਪੁਲਿਸ ਦਾ ਔਰ ਮਾਨਯੋਗ ਸੀਐਮ ਸਾਹਿਬ ਦਾ ਕਿ ਵੀ ਆਪਾਂ ਸਟੇਟ ਨੂੰ ਡਰੱਗ ਫ੍ਰੀ ਕਰਨਾ ਵਾ। ਔਰ ਜਦੋਂ ਤੱਕ ਕਲੋਜ਼ ਮੋਨੀਟਰਿੰਗ ਨਹੀਂ ਹੋਏਗੀ, ਜਦੋਂ ਤੱਕ ਪਰਫਾਰਮੈਂਸ ਐਨਾਲਿਸਿਸ ਨਹੀਂ ਹੋਏਗਾ, ਜਦੋਂ ਤੱਕ ਏਰੀਆ ਵਾਈਜ਼ ਫੋਕਸ ਨਹੀਂ ਹੋਏਗਾ, ਜਦੋਂ ਤੱਕ ਜਿਹੜੇ ਕੰਸਰਨਡ ਸੀਪੀਜ਼ ਆ ਐਸਐਸਪੀਜ਼ ਆ ਉਹਨਾਂ ਦਾ ਆਪਣੇ ਏਰੀਆ ਦੇ ਵਿੱਚ ਪੂਰਾ ਹੈਂਡ ਹੋਲਡਿੰਗ ਟਾਈਪ ਕੇ ਇੱਕਦਮ ਉਹਨਾਂ ਨੂੰ 100% ਗਰਾਊਂਡ ਲੈਵਲ ਤੱਕ ਦੀ ਜਾਣਕਾਰੀ ਨਹੀਂ ਹੋਏਗੀ, ਉਦੋਂ ਤੱਕ ਇਹ ਚੀਜ਼ ਜਿਹੜੀ ਆ ਕੰਟਰੋਲ ਨਹੀਂ ਕੀਤੀ ਜਾ ਸਕਦੀ। ਔਰ ਜਦੋਂ ਆਪਾਂ ਪਰਫਾਰਮੈਂਸ ਐਨਾਲਿਸਿਸ ਕਰਾਂਗੇ ਸਾਰਿਆਂ ਦਾ, ਹਰ ਇੱਕ ਨੂੰ ਪਤਾ ਹੋਏਗਾ ਕਿ ਮੈਂ ਹਰ ਹਫਤੇ ਕੁਛ ਨਾ ਕੁਛ ਇਸ ਫਰੰਟ ਦੇ ਉੱਤੇ ਜ਼ਬਰਦਸਤ ਤਰੀਕੇ ਦੇ ਨਾਲ ਕੰਮ ਕਰਨਾ ਵਾ, ਉਹ ਆਪਣੇ ਆਪ ਹੀ ਜਿਹੜਾ ਵਾ ਉਹ ਲੱਕ ਟੁੱਟੇਗਾ ਇਹਨਾਂ ਦਾ, ਜਿਹੜੇ ਡਰੱਗ ਸਮਗਲਰਸ ਨੇ। ਜਿਹੜੀ ਰਿਕਵਰੀ ਹੋਈ ਜੀ 5.57 ਕਿਲੋ ਹੈਰੋਇਨ ਆ, 17 ਕਿਲੋ ਓਪੀਐਮ ਆ, 25 ਕਿਲੋ ਗਾਂਜਾ ਜੀ 5.57 ਕਿਲੋ ਹੈਰੋਇਨ, 17 ਕਿਲੋ ਓਪੀਐਮ, 25 ਕਿਲੋ ਗਾਂਜਾ, 7 ਕੁਇੰਟਲ ਪॉपी ਹਸਕ ਔਰ 2.25 ਲੱਖ ਜਿਹੜੀਆਂ ਨੇ ਇੰਟੌਕਸੀਕੇਟਿੰਗ ਟੈਬਲੇਟਸ ਓਬਲੀਕ ਪਿਲਸ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਪਿਛਲੇ ਹਫਤੇ ਦੇ ਵਿੱਚ। ਉਹ ਵੀ ਹੁਣ ਨਸ਼ੇ ਦਾ ਜਿਹੜਾ ਐਨਡੀਪੀਐਸ ਮਾਮਲੇ 'ਚ ਵੀ ਕਈ ਡਰੱਗਸ ਜਿਹੜੀ ਆ ਉਹਨਾਂ ਕੋਲ ਰਿਕਵਰ ਹੁੰਦੀ ਹੈ, ਇਹਦੇ ਤੇ ਵੀ ਹੁਣ ਪੁਲਿਸ ਪੂਰਾ ਜੀ 100% ਤਦੇ ਹੀ ਉਹ ਜਿਹੜੀਆਂ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਕਿ ਹੌਟ ਸਪੌਟਸ ਔਰ ਸਮਗਲਰਸ ਜਿਹੜੇ ਨੇ ਜਾਂ ਪੈਡਲਰਸ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦਾ ਕੋਈ ਨੈਕਸਸ ਹੋਰ ਹੋਏਗਾ ਜਿਵੇਂ ਗੈਂਗਸਟਰਸ ਦਾ ਪਲੱਸ ਸਮਗਲਰਸ ਦਾ, ਉਹਦਾ ਵੀ ਲੱਕ ਤੋੜਿਆ ਜਾਏਗਾ ਚੰਗੀ ਤਰ੍ਹਾਂ, ਕਿਉਂਕਿ ਏਰੀਆ ਵਾਈਜ਼ ਜਦੋਂ ਆਪਾਂ ਐਨਾਲਿਸਿਸ ਕਰਦੇ ਆ ਨਾ ਜੀ, ਫੋਕਸ ਜਦੋਂ ਆਪਾਂ ਕਰਦੇ ਆ ਉੱਥੇ ਬੰਦੇ ਵੀ ਆਇਡੈਂਟੀਫਾਈ ਹੁੰਦੇ ਆ, ਉੱਥੇ ਏਰੀਆਜ਼ ਵੀ ਆਇਡੈਂਟੀਫਾਈ ਹੁੰਦੇ ਆ। ਔਰ ਜਿਉਂ-ਜਿਉਂ ਹੁਣ ਕਿਉਂਕਿ ਤੁਹਾਡੀ ਬੜੀ ਮਦਦ ਦੀ ਲੋੜ ਪਏਗੀ ਹੁਣ, ਜਿਹਦਾ ਅੱਜ ਵਾਲਾ ਜਿਹੜਾ ਆਪਣਾ ਉਪਰਾਲਾ ਵਾ ਜਦੋਂ ਇਹ ਲੋਕਾਂ ਦੇ ਵਿੱਚ ਜਾਏਗਾ, ਜੋ ਪੁਰਾਣਾ ਮੇਰੇ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਲੋਕ ਫਿਰ ਇਨਫੋਰਮੇਸ਼ਨ ਬੜੀ ਸ਼ੇਅਰ ਕਰਨ ਲੱਗ ਜਾਂਦੇ ਆ, ਕਿਉਂਕਿ ਲੋਕਾਂ 'ਚ ਇੱਕ ਸਿਕਿਉਰਿਟੀ ਸੈਂਸ ਆਫ ਸਿਕਿਉਰਿਟੀ ਆਉਂਦੀ ਆ ਕਿ ਔਰ ਲੋਕਾਂ ਦੇ ਵਿੱਚ ਇੱਕ ਇਹ ਵੀ ਪਤਾ ਲੱਗਦਾ ਹੈ ਕਿ ਪੁਲਿਸ ਅਕਾਊਂਟੇਬਲ ਹੈ ਇਸ ਕੰਮ ਵਾਸਤੇ। ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਹੋਰ ਪਬਲਿਕ ਦੇ ਵਿੱਚ ਜਾਵਾਂਗੇ, ਰਿਕਵਰੀਜ਼ ਨੂੰ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਪਤਾ ਲੱਗੇਗਾ ਕਿ ਪੁਲਿਸ ਦੀ ਅਕਾਊਂਟੇਬਿਲਿਟੀ ਆ, ਕੰਸਰਨਡ ਯੂਨਿਟਸ ਦੀ ਅਕਾਊਂਟੇਬਿਲਿਟੀ ਆ, ਤਾਂ ਇਨਫੋਰਮੇਸ਼ਨ ਹੋਰ ਜ਼ਿਆਦਾ ਸ਼ੇਅਰ ਹੁੰਦੀ ਹੈ ਉਹਦੇ ਨਾਲ। ਕੱਲ ਪ੍ਰੈਸ ਕਾਨਫਰੰਸ ਪੱਤਰਕਾਰਾਂ ਦੀ ਹਮਲਾ ਹੋਇਆ ਰਾਮ ਸਿੰਘ ਵਾਲਾ ਦੇ ਵਿੱਚ ਭਾਵ ਦੇ ਨੇੜੇ, ਜਦੋਂ ਪੁਲਿਸ ਪਾਰਟੀ ਗਈ ਉਸ ਤੋਂ ਬਾਅਦ ਲੋਕਾਂ ਨੇ ਹਮਲਾ ਕੀਤਾ, ਗੱਡੀ ਵੀ ਭੰਨੀ ਗਈ ਆ, ਕਾਰਵਾਈ ਹੋਊਗੀ ਉਹਨਾਂ ਨੂੰ? ਜ਼ਰੂਰ ਹੋਏਗੀ ਜੀ, ਤੁਸੀਂ ਇਸ ਤੋਂ ਬਾਅਦ ਮੈਨੂੰ ਇੱਕ ਵਾਰੀ ਇਨਫੋਰਮੇਸ਼ਨ ਮੇਰੇ ਨਾਲ ਸ਼ੇਅਰ ਕਰ ਲਓ, ਅਸੀਂ ਕੰਸਰਨ ਯੂਨਿਟ ਨੂੰ ਪ੍ਰੋਪਰਲੀ ਹਦਾਇਤਾਂ ਦੇਵਾਂਗੇ ਕਿ ਉਹਦੇ ਤੇ ਜੋ ਸਖਤ ਕਾਰਵਾਈ ਕਾਨੂੰਨ ਮੁਤਾਬਕ ਬੰਦੀ ਕੀਤੀ ਜਾਵੇ। ਸਰ ਇੱਕ ਅਕਸਰ ਮੇਰਾ ਮਾਝੇ ਦੇ ਵਿੱਚ ਡਰੱਗ ਨੂੰ ਲੈ ਕੇ ਕਾਫੀ ਜਿਹੜਾ ਰਹਿੰਦਾ ਬਾਰਡਰ ਕਰਕੇ ਉੱਥੇ ਆਉਂਦੀ ਹੈ ਔਰ ਲੋਕੀ ਕਾਫੀ ਪ੍ਰਭਾਵਿਤ ਵੀ ਹੁੰਦੇ ਹੈ, ਸੁਣਨ ਚ ਵੀ ਆਉਂਦਾ, ਉਹ ਦੇਖਿਆ ਵੀ ਜਾ ਰਿਹਾ। ਇੱਕ ਇਸ ਤਰ੍ਹਾਂ ਕਿ ਇਹਨਾਂ ਨੂੰ ਤੁਸੀਂ ਕਿਵੇਂ ਕਰੋ, ਬਾਰਡਰ ਹੈ, ਕੋਈ ਪੀਐਸਐਫ ਹੈ, ਕਿਉਂਕਿ ਅਕਸਰ ਜਿਹੜੀ ਚੀਜ਼ ਉਹ ਆਮ ਰੁਕਦੀ ਨਹੀਂ ਪਈ, ਲਗਾਤਾਰ ਚੱਲਦਾ ਬੱਚੇ ਨੂੰ ਜੈਂਡ ਗਿਆ ਗਿਆ, ਇਹਨੂੰ ਤੁਸੀਂ ਕਿਵੇਂ ਕਰੋ? ਕਿਉਂਕਿ ਅਕਸਰ ਇੱਕ ਸਪੈਸ਼ਲ ਕੋਈ ਚੈੱਕ ਪੋਸਟ ਹੋਣਗੀਆਂ ਜਾਂ ਕੁਝ ਹੈ ਜਾਂ ਕੁਝ, ਉਹਨੂੰ ਕਿਵੇਂ ਮੋਨੀਟਰਿੰਗ ਕਰੋਗੇ? ਕਿਉਂਕਿ ਬਹੁਤ ਦਿੱਕਤ ਹੈ। ਨੰਬਰ 1 ਨੰਬਰ 2 ਅਗਰ ਜਿਸ ਦੇ ਇਲਾਕੇ ਦੇ ਵਿੱਚ ਪੁਲਿਸ ਅਫਸਰ ਤੇ ਜਾਂ ਸੀਪੀ ਜਾਂ ਐਸਐਸਪੀ ਚ ਰਿਕਵਰ ਪ੍ਰੋਪਰ ਢੰਗ ਨਾਲ ਜਾਂ ਨਹੀਂ ਮੋਨੀਟਰਿੰਗ ਕਰ ਪਾਉਂਦਾ, ਉਹਦਾ ਕੀ ਕਰੋ? ਕਿਉਂਕਿ ਅਕਸਰ ਦੇਖਿਆ ਜਾਂਦਾ, ਅਸੀਂ ਦੇਖਦੇ ਹਾਂ ਕਿ ਅਫਸਰ ਇਹ ਕਾਮਯਾਬ ਹੋਇਆ ਕਿ ਨਹੀਂ ਹੋਇਆ, ਇਹ ਕਿੰਨਾ ਸੰਸੀਅਰਲੀ ਇਹਨਾਂ ਨੂੰ ਕਿਵੇਂ ਕਰਾਂਗੇ? ਕਿਉਂਕਿ ਇਹ ਮੈਟਰ ਬੜਾ ਸੈਂਸਿਟਿਵ ਹੈ, ਉਹ ਸਰਕਾਰ ਬੜੀ ਕੀ ਹੈ। ਦੇਖੋ, ਜਿਹੜਾ ਤੁਸੀਂ ਪਹਿਲਾ ਕੁਐਸਚਨ ਸੀਗਾ ਉਹਦੇ 'ਚ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈਗੀ ਹੈ ਜਿੱਥੇ ਪੰਜਾਬ ਪੁਲਿਸ ਵੀ ਕੰਮ ਕਰ ਰਹੀ ਹੈ। ਦੂਸਰਾ, ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਆਪਾਂ ਏਰੀਆ ਵਾਈਜ਼ ਜਦੋਂ ਐਨਾਲਿਸਿਸ ਕਰਦੇ ਹਾਂ ਜਾਂ ਏਰੀਆ ਵਾਈਜ਼ ਫੋਕਸ ਕਰਦੇ ਹਾਂ, ਉਹਦੇ 'ਚ ਪਿੰਡ, ਕਸਬੇ, ਕੁਝ ਜਿਵੇਂ ਸਿਟੀਜ਼ ਦੇ ਵਿੱਚ ਕੁਝ ਏਰੀਆਜ਼ ਆਪਣੇ ਆਪ ਆਇਡੈਂਟੀਫਾਈ ਹੋਣ ਲੱਗ ਜਾਂਦੇ ਆ ਕਿ ਕਿੰਨਾ ਏਰੀਆਜ਼ ਦੇ ਵਿੱਚ ਜ਼ਿਆਦਾ ਹੈ। ਸੋ ਜਦੋਂ ਏਰੀਆ ਸਪੈਸੀਫਿਕ ਫੋਕਸ ਹੁੰਦਾ ਵਾ, ਕਾਫੀ ਜਿਹੜੀਆਂ ਪ੍ਰੋਬਲਮਸ ਆ ਉਹਦੇ ਨਾਲ ਦੂਰ ਹੁੰਦੀਆਂ। ਸੈਕੰਡ ਜਿਹੜੀ ਤੁਸੀਂ ਗੱਲ ਕੀਤੀ, ਉਹ ਇਹ ਅਕਾਊਂਟੇਬਿਲਿਟੀ ਵਾਸਤੇ ਹੀ ਅਸੀਂ ਇਹ ਸ਼ੁਰੂ ਕੀਤਾ, ਕਿਉਂਕਿ ਜਦੋਂ ਵੀਕਲੀ ਐਨਾਲਿਸਿਸ ਜਿਸ ਤਰ੍ਹਾਂ ਹੁਣ ਅੱਜ ਅਸੀਂ ਸਵੇਰ ਐਨਾਲਾਈਜ਼ ਕੀਤਾ ਵਾ, ਉਹਦੇ ਵਿੱਚ ਹਰ ਇੱਕ ਦਾ ਦੇਖਿਆ ਗਿਆ ਵਾ ਕਿ ਕਿੰਨੀ ਰਿਕਵਰੀ ਕੀਤੀ। ਔਰ ਤੀਸਰਾ ਜਿਹੜਾ ਇਹਦਾ ਜਿਹੜਾ ਕੁਆਂਟਮ ਤਾਂ ਠੀਕ ਹੈ, ਜਿਵੇਂ ਆਪਾਂ ਕੁਆਂਟੀਟੀ ਵਾਈਜ਼ ਵੀ ਦੇਖਦੇ ਹਾਂ, ਇੱਕ ਪਬਲਿਕ ਪਰਸੈਪਸ਼ਨ ਵੀ ਬਿਲਡਅਪ ਹੁੰਦੀ ਹੈ। ਸੋ ਉਹਦੇ ਵਾਸਤੇ ਵੀ ਅਲੱਗ ਤੋਂ ਫੀਡਬੈਕ ਲਵਾਂਗੇ। ਜਿਸ ਤਰ੍ਹਾਂ ਅਸੀਂ ਜਿਹੜਾ ਮੋਟੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀਆਂ ਅਸੀਂ 3 ਕੈਟਾਗਰੀ ਦੇ ਵਿੱਚ ਇਹਨੂੰ ਨਾਰਮਲੀ ਲੈਂਦੇ ਆ, ਇੱਕ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ, ਇੱਕ ਮੀਡੀਅਮ ਕੁਆਂਟੀਟੀ ਔਰ ਇੱਕ ਸਮਾਲ ਕੁਆਂਟੀਟੀ। ਕਮਰਸ਼ੀਅਲ ਕੁਆਂਟੀਟੀ ਹਰ ਇੱਕ ਡਰੱਗ ਦੀ ਅਲੱਗ-ਅਲੱਗ ਤਰ੍ਹਾਂ ਨਾਲ ਡਿਫਾਈਨਡ ਆ, ਔਰ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਭ ਤੋਂ ਵੱਧ ਸਜ਼ਾ ਹੁੰਦੀ ਹੈ, ਮਿਨੀਮਮ 10 ਸਾਲ ਦੀ ਸਜ਼ਾ ਉਹਦੇ ਵਿੱਚ। ਫਿਰ ਮੀਡੀਅਮ ਕੁਆਂਟੀਟੀ ਆ, ਫਿਰ ਸਮਾਲ ਕੁਆਂਟੀਟੀ ਆ। ਸੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜੀਆਂ ਸਭ ਤੋਂ ਵੱਧ FIRs ਹੋਈਆਂ ਨੇ ਉਹ ਪਟਿਆਲੇ ਦੇ ਵਿੱਚ ਹੋਈਆਂ, 6 FIRs ਆ।
4 ਬਠਿੰਡਾ ਦੇ ਵਿੱਚ ਹੋਈਆਂ ਔਰ 3 ਫਿਰੋਜ਼ਪੁਰ ਦੇ ਵਿੱਚ ਹੋਈਆਂ ਜਿਹੜੀਆਂ ਕਮਰਸ਼ੀਅਲ ਕੁਆਂਟੀਟੀ 'ਚ। ਇਸੇ ਤਰ੍ਹਾਂ ਮੀਡੀਅਮ ਕੁਆਂਟੀਟੀ ਦੇ ਵਿੱਚ ਵੀ ਸਭ ਤੋਂ ਵੱਧ ਪਟਿਆਲੇ 'ਚ ਹੋਈਆਂ, ਫਿਰ ਫਿਰੋਜ਼ਪੁਰ 'ਚ 40 ਪਟਿਆਲਾ ਦੇ ਵਿੱਚ ਆ, 30 ਫਿਰੋਜ਼ਪੁਰ 'ਚ 28 ਮੋਗਾ ਦੇ ਵਿੱਚ ਆ ਔਰ 25 ਫਤਿਹਗੜ੍ਹ ਸਾਹਿਬ ਦੇ ਵਿੱਚ। ਸਿਮਿਲਰਲੀ ਜਦੋਂ ਆਪਾਂ ਸਮਾਲ ਕੁਆਂਟੀਟੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਭ ਤੋਂ ਵੱਧ ਸੀਪੀ ਅੰਮ੍ਰਿਤਸਰ ਦੀਆਂ 50 FIRs ਆ ਔਰ ਅੰਮ੍ਰਿਤਸਰ ਰੂਰਲ ਦੀਆਂ 28 FIRs ਆ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਕੈਟੇਗਰਾਈਜ਼ ਕੀਤਾ ਕਿਹੜੇ ਜ਼ਿਲ੍ਹਿਆਂ ਦੇ ਵਿੱਚ, ਕਿਉਂਕਿ ਸਭ ਤੋਂ ਵੱਧ ਫੋਕਸ ਜਿਹੜਾ ਹੈ ਉਹ ਵੱਡੇ ਸਮਗਲਰਸ ਤੇ ਹੋਏਗਾ ਔਰ ਵੱਡੇ ਸਮਗਲਰਸ ਤੋਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੋਣ ਦੀ ਜ਼ਿਆਦਾ ਜਿਹੜੀ ਆ ਉਹ ਪੋਸੀਬਿਲਿਟੀ ਰਹਿੰਦੀ ਹੈ। ਗਿਲ ਸਰ ਆਈਸ ਦਾ ਜ਼ਿਕਰ ਕੀਤਾ ਹੈ, ਆਈਸ ਐਮਫੈਟਾਮਾਈਨ ਜਿਹੜੀ ਉਹ ਮਤਲਬ ਕ੍ਰੀਏਟ ਕੀਤੀ ਜਾਂਦੀ ਹੈ ਲੈਬ ਤੇ, ਤੁਸੀਂ ਉਹਦੇ ਵਿੱਚ ਕਿਹਾ ਕਿ ਜੇ ਦਾ ਲਿੰਕ ਆਇਆ ਉਹ ਲੈਬ ਨਹੀਂ ਉਹਦੇ ਵਿੱਚ ਨਹੀਂ, ਆਈਸ ਡਰੱਗ ਬਾਰੇ ਨਹੀਂ ਮੈਂ ਕਿਹਾ, ਮੈਂ ਤੁਹਾਨੂੰ ਦੂਜੀਆਂ ਡਰੱਗਸ ਬਾਰੇ ਦੱਸ ਰਿਹਾ ਜੀ। ਆਈਸ ਡਰੱਗ ਬਾਰੇ 3 ਬੰਦੇ STF ਲੁਧਿਆਣਾ ਨੇ ਫੜੇ ਆ, ਇੱਕ ਬੰਦਾ ਜੇ ਅਬਸਕੌਂਡਿੰਗ ਆ ਜਿਹੜਾ ਕਨੈਕਟਿੰਗ ਲਿੰਕ ਆ, ਉਹ ਜਦੋਂ ਉਹ ਫੜਿਆ ਜਾਏਗਾ ਉਦੋਂ ਬਿਲਕੁਲ ਕਲੀਅਰ ਹੋ ਜਾਏਗਾ ਕਿ ਉਹਦੀ ਮੈਨੂਫੈਕਚਰਿੰਗ ਕਿੱਥੇ ਹੋਈ ਸੀਗੀ। ਉਹਦੇ ਉੱਤੇ ਪ੍ਰੋਪਰ ਟੀਮਸ ਜਿਹੜੀਆਂ ਨੇ AIG STF ਜਿਹੜੇ ਨੇ ਲੁਧਿਆਣਾ ਦੇ, ਉਹਨਾਂ ਦੀ ਟੀਮ ਲੱਗੀ ਹੋਈ ਆ। ਜਦੋਂ ਵੀ ਉਹ ਕਨੈਕਟਿੰਗ ਲਿੰਕ, ਕਿਉਂਕਿ ਇਹਦੇ ਵਿੱਚ ਜਿਹੜੀ ਦੂਸਰੀ ਚੀਜ਼ ਮੇਨ ਹੁੰਦੀ ਆ, ਹਰ ਕੇਸ ਦੇ ਵਿੱਚ ਬੈਕਵਰਡ ਲਿੰਕੇਜ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੁੰਦਾ। ਭਾਵੇਂ 5 ਗ੍ਰਾਮ ਹੈਰੋਇਨ ਵੀ ਫੜੀ ਜਾਵੇ, ਉਹਦੇ ਵਿੱਚ ਵੀ ਅਸੀਂ ਹਦਾਇਤਾਂ ਕੀਤੀਆਂ ਕਿ ਬੈਕਵਰਡ ਲਿੰਕੇਜ ਤੇ ਜਾਓ। ਕਈ ਵਾਰੀ ਉਹਦੇ ਪਿੱਛੇ ਜਾਂਦੇ ਜਾਂਦੇ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਬੰਦਾ ਇਸ ਤਰੀਕੇ ਦੇ ਨਾਲ ਫੜੇ ਜਾਂਦੇ ਜਿੱਥੇ ਨਾ ਜਾ ਕੇ ਇੱਕ ਵੱਡਾ ਸਮਗਲਰ ਕਰੈਕਟਡ ਹੁੰਦਾ ਵਾ। ਸੋ ਸਿਮਿਲਰਲੀ ਆਈਸ ਟਰੱਕ ਦੇ ਵਿੱਚ 3 ਬੰਦੇ ਅਰੈਸਟ ਹੋ ਗਏ ਆ। ਇੱਕ ਇਹਦੇ ਬੰਦਾ ਜਿਹੜਾ ਕਨੈਕਟਿੰਗ ਆ ਜਿੱਥੋਂ ਓਰੀਜਨ ਹੋਇਆ ਉਹ ਫੜਿਆ ਜਾਣ ਵਾਲਾ ਰਹਿੰਦਾ। ਜਿਉਂ ਹੀ ਫੜਿਆ ਜਾਏਗਾ ਹੋਪਫੁਲੀ ਅਗਲੇ ਹਫਤੇ ਤੱਕ ਸ਼ਾਇਦ ਫੜਿਆ ਜਾਏ ਤਾਂ ਆਪਾਂ ਇਸ ਚੀਜ਼ ਨੂੰ ਰਿਵੀਲ ਕਰ ਸਕਦੇ ਹਾਂ ਉਸ ਤੋਂ ਬਾਅਦ। Sir, Punjab is always a victim of cross-border smuggling. So, is there any special drive launched by Punjab Police in the border areas nearby the national border villages? ਬਿਲਕੁਲ ਜੀ, ਜਿਹੜਾ ਪਿੱਛੇ ਆਪਾਂ ਕਾਰਡਨ ਐਂਡ ਸਰਚ ਆਪਰੇਸ਼ਨ ਕੀਤਾ ਸੀਗਾ ਕੁਝ ਦਿਨ ਪਹਿਲਾਂ, ਉਹਦੇ ਵਿੱਚ ਸਭ ਤੋਂ ਵੱਧ ਫੋਕਸ ਹੀ ਇਸ ਚੀਜ਼ ਦਾ ਸੀਗਾ ਕਿ ਏਰੀਆਜ਼ ਆਇਡੈਂਟੀਫਾਈ ਕਰਕੇ ਕੀਤਾ ਜਾਵੇ। ਸੋ ਬਾਰਡਰ ਏਰੀਆਜ਼ ਦੇ ਵਿੱਚ ਜਿਸ ਤਰ੍ਹਾਂ ਹੁਣ ਵੀ ਆਪਾਂ ਦੇਖਿਆ ਕਿ ਜਿਹੜੀਆਂ ਰਿਕਵਰੀਜ਼ ਆ ਉਹ ਫਿਰੋਜ਼ਪੁਰ, ਅੰਮ੍ਰਿਤਸਰ ਰੂਰਲ ਇਹਨਾਂ ਦੀਆਂ ਕਾਫੀ ਰਿਕਵਰੀਜ਼ ਆ। ਸੋ ਬਾਰਡਰ ਦੇ ਉੱਤੇ ਕਾਫੀ ਫੋਕਸ ਆ। ਜਿੰਨੇ ਸਾਡੇ ਜ਼ਿਲ੍ਹੇ ਲੱਗਦੇ, ਜਦੋਂ ਆਪਾਂ ਫਾਜ਼ਿਲਕਾ ਤੋਂ ਸਟਾਰਟ ਹੋ ਜਾਂਦੇ ਆ, ਫਾਜ਼ਿਲਕਾ ਹੈ, ਫਿਰੋਜ਼ਪੁਰ ਆ, ਤਰਨਤਾਰਨ ਆ, ਫਿਰ ਅੰਮ੍ਰਿਤਸਰ ਰੂਰਲ ਆ ਜਾਂਦਾ ਹੈ, ਗੁਰਦਾਸਪੁਰ ਆ ਜਾਂਦਾ ਹੈ, ਬਟਾਲਾ ਪੁਲਿਸ ਜ਼ਿਲ੍ਹਾ ਆ ਜਾਂਦਾ ਹੈ, ਪਠਾਨਕੋਟ ਆ ਜਾਂਦਾ। ਸੋ ਸਾਰੀ ਬਾਰਡਰ ਬੈਲਟ ਦੇ ਉੱਤੇ ਫੋਕਸ ਆ। ਜੰਮੂ ਦਾ ਕਾਰਨ ਕੀ ਹੈ? ਜੰਮੂ ਹੀ ਕਿਉਂ ਨਵਾਂ ਉਹਦਾ ਇੱਕ ਸ਼ਾਇਦ ਇਹ ਲੱਗ ਰਿਹਾ ਕਿ ਥੋੜੀ ਸਖਤੀ, ਕਿਉਂਕਿ ਪੰਜਾਬ ਦੇ ਵਿੱਚ ਬਾਰਡਰ ਏਰੀਆਜ਼ ਦੇ ਵਿੱਚ ਕਾਫੀ ਸਖਤੀ ਹੋਈ ਆ। ਸੋ ਮੇ ਵੀ ਇੱਥੋਂ ਉਹਨਾਂ ਵਾਸਤੇ ਥੋੜਾ ਔਖਾ ਹੋ ਗਿਆ ਤਾਂ ਉਹਨਾਂ ਨੇ ਜੰਮੂ ਕਸ਼ਮੀਰ ਦਾ ਰੂਟ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਜਿੰਨੇ ਟ੍ਰੈਂਡਸ ਆ ਰਹੇ ਆ ਨਾ ਜੀ, ਇਹਦੇ ਤੋਂ ਨਵਾਂ ਇੱਕ ਲੈਸਨ ਸਿੱਖਣ ਨੂੰ ਮਿਲਦਾ ਹੈ। ਜਦੋਂ ਵੀ ਕੋਈ ਟ੍ਰੈਂਡ ਚੇਂਜ ਹੁੰਦਾ ਹੈ, ਕੋਈ ਵੀ, ਜਿੱਦਾਂ ਹੁਣ ਮੁਕਤਸਰ SSP ਸਾਹਿਬ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਏਰੀਏ ਦੇ ਵਿੱਚ ਕੁਝ, ਕਿਉਂਕਿ ਹੈਰੋਇਨ ਦੀ ਕਮੀ ਹੋ ਗਈ ਆ, ਬਹੁਤ ਜ਼ਿਆਦਾ ਡਰੱਗਸ ਦੀ ਕਮੀ ਹੋ ਗਈ ਆ, ਤਾਂ ਲੋਕੀ ਕਈ ਤਰ੍ਹਾਂ ਦਾ, ਕੋਈ ਵੀਡ ਕਿਲਰਸ, ਕੋਈ ਵਾਸ਼ਿੰਗ ਸੋਡਾ, ਕੋਈ ਹਰਬੀਸਾਈਡਸ ਨੂੰ ਮਿਕਸਚਰ, ਇਹ ਵੀ ਇੱਕ ਤੋਂ ਥਾਂ ਤੇ ਫੜਿਆ ਗਿਆ ਉਹਦੇ ਵਿੱਚ। ਸੋ ਜਦੋਂ ਕੋਈ ਟ੍ਰੈਂਡ ਡਰੱਗਸ ਦੇ ਵਿੱਚ ਚੇਂਜ ਹੁੰਦਾ ਵਾ, ਤਿਉਂ ਆਪਣੀ ਥੋੜੀ ਸਟ੍ਰੈਟਜੀ ਵੀ ਨਾਲ ਚੇਂਜ ਹੁੰਦੀ ਆ। ਸੋ ਜਿਹੜਾ ਜੰਮੂ ਕਸ਼ਮੀਰ ਵਾਲਾ ਐਂਗਲ ਆਇਆ ਵਾ, ਉਹਦੇ ਵਿੱਚ ਆਪਣਾ ਹਮੇਸ਼ਾ ਇੰਟਰ ਸਟੇਟ ਮੀਟਿੰਗਸ ਹੁੰਦੀਆਂ ਵਾ, ਚਾਹੇ ਉਹ ਹਰਿਆਣੇ ਦਾ ਬਾਰਡਰ ਹੋਵੇ, ਚਾਹੇ ਉਹ ਰਾਜਸਥਾਨ ਦਾ ਬਾਰਡਰ ਹੋਵੇ, ਚਾਹੇ ਜੰਮੂ ਕਸ਼ਮੀਰ ਦਾ ਬਾਰਡਰ ਹੋਵੇ। ਸੋ ਇਹ ਇੰਟਰ ਸਟੇਟ ਮੀਟਿੰਗਸ ਕਰਕੇ ਵੀ ਆਪਾਂ ਇਹਦੇ ਉੱਤੇ ਸਟੱਡੀ ਕੀਤਾ ਜਾ ਸਕਦਾ ਕਿ ਇਹ ਟ੍ਰੈਂਡ ਕਿਉਂ ਚੇਂਜ ਆ, ਔਰ ਜੁਆਇੰਟਲੀ ਆਪਰੇਸ਼ਨਸ, ਜੁਆਇੰਟਲੀ ਮੀਟਿੰਗਸ ਕਰਕੇ ਕੋਆਰਡੀਨੇਟ ਕੀਤਾ ਜਾ ਸਕਦਾ। ਗਿਲ ਸਾਹਿਬ ਇੱਕ ਸਵਾਲ ਪੀਓ ਵੀ ਫੜੇ ਗਏ ਹੈ, ਕੋਈ ਐਸਾ ਕੋਈ ਵੱਡਾ ਕੋਈ ਕੇਸ ਹੈਗਾ ਜਿਹੜੇ ਜਿਸ ਕੇਸ ਦੇ ਵਿੱਚ? ਮੇਰੇ ਕੋਲ ਇਹਨਾਂ ਸਪੈਸੀਫਿਕ ਨਾਮ ਨਹੀਂ ਹੈਗੇ, ਬਟ ਜਿਹੜੇ 32 POs ਨੇ ਉਹਦੇ ਵਿੱਚੋਂ ਐਗਜ਼ੈਕਟ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਦੇ ਦਿਆਂਗੇ ਕਿ ਕਿੰਨੇ ਕਮਰਸ਼ੀਅਲ ਕੁਆਂਟੀਟੀ ਦੇ ਕਿੰਨੇ ਨੇ ਔਰ ਮੀਡੀਅਮ ਕੁਆਂਟੀਟੀ ਦੇ ਕਿੰਨੇ ਨੇ। ਕਿਉਂਕਿ ਡਰੱਗਸ ਦੇ ਵਿੱਚ NDPS ਐਕਟ ਤੇ POs ਤੇ ਕਾਫੀ ਫੋਕਸ ਹੁੰਦਾ। ਮਾਨਯੋਗ ਸੁਪਰੀਮ ਕੋਰਟ ਵੀ ਇਹਨੂੰ ਮੋਨੀਟਰ ਕਰ ਰਹੀ ਹੈ। ਸੋ ਇਸ ਤੇ ਕਾਫੀ ਫੋਕਸ ਆ ਕਿ ਡਰੱਗਸ ਦੇ ਜਿਹੜੇ POs ਆ, ਖਾਸ ਕਰਕੇ ਡਰੱਗਸ ਦੇ, ਉਹ ਫੜੇ ਜਾਣ ਜਲਦੀ ਤੋਂ ਜਲਦੀ। ਗਿਲ ਸਾਹਿਬ ਸਰ ਕੁਝ ਨਸ਼ਾ ਤਸਕਰ ਸੀਗੇ ਜਿਹੜੇ ਦੇਸ਼ ਛੱਡ ਕੇ ਵਿਦੇਸ਼ ਜਾ ਕੇ ਸੈਟਲ ਹੋ ਗਏ, ਉਹਨੂੰ ਲੈ ਕੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋਏ ਆ। ਕੋਈ ਪੰਜਾਬ ਪੁਲਿਸ ਇਹੋ ਜਿਹਾ ਕੁਝ ਉਪਰਾਲਾ ਕਰ ਰਹੀ ਕਿ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾ ਸਕੇ? ਦੇਖੋ ਇਹ ਜਿਹੜਾ ਐਗਜ਼ੈਕਟਲੀ ਜੀ, ਜਿਹੜਾ ਰੈੱਡ ਕਾਰਨਰ ਨੋਟਿਸ ਹੁੰਦਾ, ਬੇਸਿਕਲੀ ਇਟ ਇਜ਼ ਟੂ ਆਇਡੈਂਟੀਫਾਈ ਕਿ ਬੰਦਾ ਕਿਹੜੇ ਦੇਸ਼ ਦੇ ਵਿੱਚ ਆ। ਸੋ ਜਦੋਂ ਆਪਾਂ ਨੂੰ ਆਇਡੈਂਟੀਫਾਈ ਹੋ ਜਾਂਦਾ, ਫਿਰ ਆਪਾਂ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਇਨੀਸ਼ੀਏਟ ਕਰਦੇ ਹਾਂ। ਸੋ ਇਹਦੇ ਉੱਤੇ ਵੀ ਜਿਹੜਾ ਤੁਸੀਂ ਗੱਲ ਕੀਤੀ ਹੈ, ਇਹਦੇ ਉੱਤੇ ਵੀ ਸਾਡਾ ਹੈਗਾ। ਈਵਨ ਗੈਂਗਸਟਰਸ ਦੇ ਉੱਤੇ ਵੀ ਰੈੱਡ ਕਾਰਨਰ ਨੋਟਿਸ ਇਸ਼ੂ ਹੋਏ ਆ, ਉਹਦੇ ਤੇ ਵੀ ਚੱਲ ਰਿਹਾ। ਡਰੱਗ ਸਮਗਲਰਸ ਜਾਂ ਜਿਹੜਾ ਵੀ ਬੰਦਾ ਡਰੱਗ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਲਿੰਕਡ ਆ, ਉਹਦੇ ਤੇ ਵੀ ਚੱਲ ਰਿਹਾ ਸਾਡਾ ਜਿਹੜਾ। ਉਹ ਆਪਾਂ ਨੈਕਸਟ ਵੀਕ ਦੇ ਵਿੱਚ ਤੁਹਾਨੂੰ ਸਪੈਸੀਫਿਕ ਕੋਈ ਕੇਸਿਸ ਵੀ ਜ਼ਰੂਰ ਅਸੀਂ ਦੱਸਾਂਗੇ ਤੁਹਾਨੂੰ ਉਹਦੇ ਬਾਰੇ। ਇਸ ਪੂਰੇ ਜਿਹੜਾ ਟ੍ਰੈਂਡ ਚੇਂਜ ਹੋਇਆ ਜੰਮੂ ਕਸ਼ਮੀਰ ਵਾਲਾ,
ਇਹ ਅਜੇ ਤੱਕ ਦੀ ਪੂਰੀ ਰਿਕਵਰੀ ਦੇ ਵਿੱਚ ਡਰੋਨ ਦੀ ਪਾਰਟਿਸਿਪੇਸ਼ਨ ਕਿੰਨੀ ਹੈ? ਇਹ ਨਾ ਐਗਜ਼ੈਕਟ ਅਜੇ ਨਹੀਂ ਦੱਸ ਪਾਵਾਂਗੇ, ਕਿਉਂਕਿ ਡਰੱਗ ਜਦੋਂ ਫੜੀ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਜਦੋਂ ਤੱਕ ਆਪਾਂ ਬਿਲਕੁਲ ਲਾਸਟ ਕਨੈਕਟੀਵਿਟੀ ਤੇ ਨਾ ਚਲੇ ਜਾਈਏ ਨਾ, ਉਦੋਂ ਤੱਕ ਕਈ ਵਾਰੀ ਨਹੀਂ ਪਤਾ ਚੱਲਦਾ। ਸੋ ਇਸ ਤਰੀਕੇ ਦੀ ਅਜੇ ਐਨਾਲਿਸਿਸ ਨਹੀਂ ਕੀਤਾ ਗਿਆ, ਬਟ ਓਵਰ ਏ ਪੀਰੀਅਡ ਆਫ ਟਾਈਮ ਹੁਣ ਕਿਉਂਕਿ ਡਰੋਨਸ ਦੀ ਵੀ ਵਿਜ਼ਿਬਿਲਿਟੀ ਵੀ ਹੋਈ ਆ, ਡਰੋਨਸ ਮਿਲੇ ਵੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ, ਤੋ ਹੌਲੀ ਹੌਲੀ ਆਪਾਂ ਜਿਹੜਾ ਇਸ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਆਪਾਂ ਜਦੋਂ ਮੀਟਿੰਗ ਕਰੀਏ ਉਹਦੇ ਵਿੱਚ ਇੱਕ ਐਨਾਲਿਸਿਸ ਇਹਦਾ ਵੀ ਕਰੀਏ ਆਪਾਂ ਇਸ ਚੀਜ਼ ਦੀ। ਕਿ ਸਭ ਇਸ ਸਵਾਲ ਜਿੱਦਾਂ ਤੁਸੀਂ ਵੀ ਕਿਹਾ ਕਿ 5 ਗ੍ਰਾਮ ਦੀ ਕੋਈ ਹੀਰੋਇਨ ਫੜਦਾ ਹੈ, ਡਰੱਗਸ ਫੜ ਜਾਂਦੀ ਹੈ ਤਾਂ ਆਪਾਂ ਬੈਕ ਟੂ ਬੈਕ ਜਾਣਾ, ਲੇਕਿਨ ਹਜੇ ਵੀ ਇਹ ਦੇਖਿਆ ਗਿਆ ਕਿ ਜਿਹੜੇ ਵੱਡੇ ਮਗਰਮੱਛ ਹੈ ਉਹ ਫਰਾਰ ਹੋ ਜਾਂਦੇ ਆ, ਫੜੇ ਨਹੀਂ ਜਾਂਦੇ, ਛੋਟੇ ਜਿਹੜੇ ਉਹਨਾਂ ਦੇ ਗੋਗੇ ਆ ਫਿਰ ਜਿਹੜੇ ਉਹ ਹੀ ਫੜੇ ਜਾਂਦੇ। ਉਹਦੇ ਵਾਸਤੇ ਕੁਝ ਖਾਸ ਨਹੀਂ ਇਹਦਾ ਜਿਹੜਾ ਆਪਾਂ ਇਹ ਅੱਜ ਵਾਲੀ ਮੀਟਿੰਗ ਜਿਹੜੀ ਪ੍ਰੈਸ ਕਾਨਫਰੰਸ ਵੀ ਕਰ ਰਹੇ ਹਾਂ, ਜਿਹੜਾ ਆਪਾਂ ਐਨਾਲਿਸਿਸ ਵੀ ਕਰ ਰਹੇ ਹਾਂ, ਉਹਦਾ ਫੋਕਸ ਹੀ ਹੈ। ਅਸੀਂ ਹੁਣ ਕੀ ਕਰਨਾ ਹੈ ਜੀ, ਜਿੰਨੀਆਂ FIR ਰਜਿਸਟਰ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਕੱਲੀ FIR ਨੂੰ ਔਰ ਡਰੱਗ ਵਾਈਜ਼ ਅਸੀਂ ਇਹਨੂੰ ਕੀਤਾ ਹੋਇਆ ਕਿਹੜੀ FIR 'ਚ ਕਿਹੜਾ ਡਰੱਗ ਫੜਿਆ ਗਿਆ, ਔਰ ਇਹਦੀ ਬੈਕਵਰਡ ਲਿੰਕੇਜ ਤੱਕ ਚੈੱਕ ਕਰਾਂਗੇ ਕਿ ਜਿਵੇਂ ਕੋਈ ਮੈਂ ਐਗਜ਼ਾਮਪਲ ਦੇ ਰਿਹਾ, ਮੰਨ ਲਓ ਕੋਈ ਪਟਿਆਲਾ ਦੇ ਵਿੱਚ 10 ਗ੍ਰਾਮ ਹੈਰੋਇਨ ਫੜੀ ਗਈ, ਅਸੀਂ ਉਹਦਾ ਬੈਕਵਰਡ ਲਿੰਕੇਜ ਚੈੱਕ ਕਰਾਂਗੇ ਕਿ ਉਸ ਤੋਂ ਬਾਅਦ ਕੀ ਹੋਇਆ। ਮਤਲਬ ਰੈਂਡਮਲੀ ਵੀ ਵਿਲ ਕਾਲ ਸਮ ਕੇਸ ਵਾਈਜ਼ ਆਲਸੋ ਕਿ ਉਹਦੇ ਚਾਹੀਏ ਉਹਨੇ ਕੀ ਕੀਤਾ। ਜੇ 10 ਗ੍ਰਾਮ ਹੈਰੋਇਨ ਫੜੀ ਗਈ, ਕੀ ਉਹਨੇ ਜੇ ਕੋਈ A ਨਾਮ ਦਾ ਬੰਦਾ ਫੜਿਆ ਗਿਆ, ਕੀ ਉਹ ਕਿਹੜੇ B ਤੋਂ ਲਿਆ ਸੀ, ਕਿਹੜੇ C ਤੋਂ ਲਿਆ ਸੀ, ਕਿੱਥੋਂ ਲੈ ਕੇ ਆਇਆ ਸੀ, ਉਹ ਇੱਕ ਐਨਾਲਿਸਿਸ ਅਸੀਂ ਆ ਪੂਰਾ ਵੀਕ ਜਿਹੜਾ ਹੈ ਨਾ, ਇੱਕ ਅਸੀਂ ਸਪੈਸ਼ਲ ਇੱਕ ਆਪਣਾ ਇੱਕ ਸੈੱਲ ਬਣਾਇਆ ਹੈ ਆਪਣੇ ਇੱਥੇ ਐਡਮਿਨਿਸਟ੍ਰੇਸ਼ਨ ਵਿੰਗ ਦੇ ਵਿੱਚ, ਜਿਹੜਾ ਐਨਾਲਿਸਿਸ ਕਰੇਗਾ ਕਿ ਕੀ ਕੀਤਾ ਗਿਆ, ਔਰ ਉਹ ਚੀਜ਼ ਜਿਹੜੀ ਆ ਉਸ ਤੇ ਪੂਰਾ ਫੋਕਸ ਰਹੇਗਾ। ਇਹ ਨਹੀਂ ਕਿ 10 ਗ੍ਰਾਮ ਹੈਰੋਇਨ ਫੜੀ, ਇੱਕ A ਨਾਮ ਦਾ ਬੰਦਾ ਫੜਿਆ, ਉਸ ਤੋਂ ਬਾਅਦ ਤਫਤੀਸ਼ ਠੱਪ ਹੋ ਗਈ, ਨਹੀਂ, ਪੂਰਾ ਬੈਕਵਰਡ ਲਿੰਕੇਜ ਤੱਕ ਜਾਵਾਂਗੇ ਕੀ ਹੋਇਆ ਉਸ ਤੋਂ ਬਾਅਦ ਦੇ ਵਿੱਚ, ਔਰ ਈਵਨ ਕਨਵਿਕਸ਼ਨ ਤੱਕ ਫਾਲੋ ਅਪ ਕੀਤਾ ਜਾਏਗਾ ਹਰ ਕੇਸ ਨੂੰ। ਸਿਮਿਲਰਲੀ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਡਿਫਾਲਟ ਬੇਲ ਕਈ ਵਾਰੀ ਹੁਣ ਤਾਂ ਬਹੁਤ ਰੇਅਰ ਆ, ਉਹਦੇ ਤੇ ਵੀ ਬਹੁਤ ਸਖਤ ਐਕਸ਼ਨ ਲਿਆ ਜਾਏਗਾ ਜੇ ਚਲਾਨ ਟਾਈਮ ਸਿਰ ਨਹੀਂ ਹੁੰਦਾ। ਸੋ ਹਰ ਕੇਸ ਨੂੰ ਪ੍ਰੋਪਰਲੀ ਐਨਾਲਾਈਜ਼, ਇਨਵੈਸਟੀਗੇਸ਼ਨ ਤੋਂ ਲੈ ਕੇ ਪ੍ਰੋਸੀਕਿਊਸ਼ਨ ਤੱਕ ਔਰ ਟ੍ਰਾਇਲ ਤੱਕ ਉਹਨੂੰ ਫਾਲੋ ਅਪ ਕੀਤਾ ਜਾਏਗਾ। तो एक सवाल हो रहा है सर कि ਹੁਣ ਜਿਸका ਲਾਸਟ ਵੀਕ ਜਿਹੜੇ STF ਮੋਹਾਲੀ ਨੇ ਬੜੀ ਸੀ ਕਿ ਦੋ ਪੁਲਿਸ ਮੁਲਾਜ਼ਮ, ਇੱਕ ਮੰਤਰੀ ਦੌਲਤ ਦੀ ਸਿਕਿਉਰਿਟੀ ਸੀਗਾ ਤੇ ਇੱਕ ਬਟੌਰ ਥਾਣੇ ਪੁਲਿਸ ਸਟੇਸ਼ਨ ਸੀਗਾ, ਉਹ ਨਸਲੀ ਤਸਕਰਾਂ ਨੂੰ ਲਗਾਤਾਰ ਉਹਨਾਂ ਦੀ ਹੈਲਪ ਕਰਦੇ ਸੀ ਜਾਂ ਫਿਰ ਉਹਨਾਂ ਨੂੰ ਗਾਰਡ ਕਰਾ ਕੇ ਪੈਸੇ ਵੀ ਲੈਂਦੇ ਸੀ, ਤੇ ਪੁਲਿਸ ਜਿਹੜੇ ਰਿਸਪੌਂਸਿਬਿਲਟੀ ਨੇ ਜਾਂ ਕਿਸੇ ਪੁਲਿਸ ਸਟੇਸ਼ਨ ਦੇ ਜਾਂ ਕਿਹੜੇ ਵੀ ਹੋਵੇ ਉਹਨਾਂ ਤੇ ਵੀ ਨਹੀਂ ਉਹ ਜਦੋਂ ਆਪਾਂ ਤਾਂ ਜ਼ਿਲ੍ਹੇ ਲੈਵਲ ਤੇ ਡਿਸਕਸ ਕਰ ਰਹੇ ਹਾਂ ਕਿ ਡਿਸਟ੍ਰਿਕਟ ਲੈਵਲ ਤੇ ਵੀ ਹੋਏਗੀ। ਸੋ ਜਦੋਂ ਡਿਸਟ੍ਰਿਕਟ ਲੈਵਲ ਤੇ ਜਾਂ ਯੂਨਿਟ ਲੈਵਲ ਤੇ ਟੌਪ ਤੇ ਹੁੰਦੀ ਹੈ, ਥੱਲੇ ਤੱਕ ਅਕਾਊਂਟੇਬਿਲਿਟੀ ਤਾਂ ਫਿਕਸ ਹੋਏਗੀ। ਡਰੱਗਸ ਦੇ ਵਿੱਚ ਤਾਂ ਜੇ ਕੋਈ ਪੁਲਿਸ ਮੁਲਾਜ਼ਮ ਦਾ ਕਿਸੇ ਵੀ ਤਰੀਕੇ ਨਾਲ ਸ਼ਮੂਲੀਅਤ ਆਉਂਦੀ ਆ, ਉਹਦੀ ਇੱਕੋ ਹੀ ਸਜ਼ਾ ਹੈ, ਡਿਸਮਿਸਲ, ਨਾਲ ਜੋ ਪਨਿਸ਼ਮੈਂਟ ਐਸ ਪਰ ਲਾਅ ਜੋ FIR ਦਰਜ ਹੋਣੀ ਉਹ ਤਾਂ ਹੋਣੀ ਆ, ਉਸ ਤੋਂ ਇਲਾਵਾ ਡਿਸਮਿਸਲ ਹੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਬੰਦਾ ਆਪ ਜਿਹੜੀ ਚੀਜ਼ ਨੂੰ ਰੋਕਣ ਲਈ ਬਣਿਆ ਹੈ, ਜੇ ਉਹ ਖੁਦ ਹੀ ਉਸ 'ਚ ਇਨਵੋਲਵ ਹੋ ਜਾਏ ਤਾਂ ਫਿਰ ਕੀ ਹੋਏਗਾ ਜੀ। ਉਹਦੇ 'ਚ ਤਾਂ ਬਹੁਤ ਸਖਤ ਹਦਾਇਤਾਂ ਸਰਕਾਰ ਦੀਆਂ ਉਸ ਮਸਲੇ ਦੇ ਵਿੱਚ। ਸਾਰੇ ਕੈਂਪੇਨ ਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਹੈ, ਉਸਦੀ ਕੀ ਰੋਲ ਹੈ? ਕਿਉਂਕਿ ਬੇਸਿਕਲੀ ਹੁੰਦਾ ਕੀ ਹੈ ਕੈਂਪੇਨ ਦੇ ਵਿੱਚ ਕੀ ਹੈ, ਡਰੱਗਸ ਦੀ ਸਕੈਸਿਟੀ ਹੋ ਜਾਂਦੀ ਹੈ ਤੇ ਜਿਹੜਾ ਐਡਿਕਟਸ ਨੇ ਉਹ ਨਹੀਂ ਉਹਦੇ ਵਿੱਚ ਨਾ ਦੇਖੋ ਆਪਾਂ ਬਿਲਕੁਲ ਮੈਂ ਤੁਹਾਡੀ ਗੱਲ ਫੋਲੋ ਕਰ ਗਿਆ ਜੀ। ਇਹਦੇ ਵਿੱਚ ਦੇਖੋ ਸਾਡਾ ਜਿਹੜਾ ਫੋਕਸ ਹੁੰਦਾ ਮੇਨਲੀ ਐਨਫੋਰਸਮੈਂਟ ਤੇ ਆ, ਬਟ ਨਾਲ ਦੀ ਨਾਲ ਹੀ ਇੱਕ ਹੋਲਿਸਟਿਕ ਸਟ੍ਰੈਟਜੀ ਦੇ ਨਾਲ ਕਿ ਅਵੇਅਰਨੈਸ ਕੈਂਪੇਨ ਵੀ ਚੱਲ ਰਹੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ, ਪਲੱਸ ਰੀਹੈਬਿਲਿਟੇਸ਼ਨ ਵੀ ਇਕੁਅਲੀ ਇੰਪੋਰਟੈਂਟ ਆ। ਸੋ ਅਸੀਂ ਜਿਉਂ ਡਰੱਗਸ ਤੇ ਸਖਤੀ ਹੁੰਦੀ ਹੈ, ਇਹ ਦੇਖਣ 'ਚ ਆਇਆ ਕਿ ਕਈ ਵਾਰੀ ਵਿਡਰੋਲ ਸਿੰਪਟਮਸ ਜਾਂ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਅਵੇਲੇਬਿਲਿਟੀ ਨਹੀਂ ਹੁੰਦੀ, ਪ੍ਰੋਬਲਮਸ ਆਉਂਦੀਆਂ, ਉਹ ਵੀ ਅਸੀਂ ਉਹਦੇ ਵਿੱਚ ਵੀ ਪੁਲਿਸ ਪੂਰਾ ਯੋਗਦਾਨ ਦੇਵੇਗੀ ਕਿ ਉਹਨਾਂ ਨੂੰ ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਲਿਜਾਇਆ ਜਾਵੇ, ਉਹਨਾਂ ਦਾ ਇਲਾਜ ਕਰਾਇਆ ਜਾਵੇ। ਹੌਟਸਪੌਟ ਜਦੋਂ ਆਪਾਂ ਕਹਿੰਦੇ ਹਾਂ ਨਾ ਜੀ, ਹੌਟਸਪੌਟ ਦਾ ਮਤਲਬ ਹੁੰਦਾ ਆਪਾਂ ਇੱਕ ਏਰੀਆ ਆਇਡੈਂਟੀਫਾਈ ਕਰ ਲਿਆ ਕਿ ਇਸ ਏਰੀਆ ਦੇ ਵਿੱਚ ਡਰੱਗਸ ਦੀ ਪ੍ਰੈਵਲੈਂਸ ਆ। ਸਭ ਤੋਂ ਪਹਿਲਾਂ ਹੁੰਦਾ ਕਿ ਉੱਥੇ ਸਖਤੀ ਕੀਤੀ ਜਾਵੇ, ਇਨਫੋਰਸਮੈਂਟ ਕੀਤੀ ਜਾਵੇ ਤਾਂ ਜੋ ਡਰੱਗਸ ਦੀ ਅਵੇਲੇਬਿਲਿਟੀ ਨਾ ਹੋਵੇ। ਸੈਕੰਡ ਆ ਫਿਰ ਆਪਾਂ ਬੱਚੇ ਜਾਂ ਜਿਹੜੇ ਸਾਡੇ ਯੂਥ ਦਾ ਜਾਂ ਕੋਈ ਵੀ ਬੰਦਾ ਕਿਸੇ ਵੀ ਏਜ ਗਰੁੱਪ ਦਾ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਦੇ ਆ ਕਿ ਕਿਹੜੇ ਬੰਦੇ ਇਸ ਕਰਕੇ ਸਫਰ ਕਰ ਰਹੇ ਆ ਬਿਕੋਜ਼ ਆਫ ਨਾਨ ਅਵੇਲੇਬਿਲਿਟੀ। ਫਿਰ ਉਹਨਾਂ ਨੂੰ ਆਪਾਂ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਆਲਰੇਡੀ ਸਰਕਾਰ ਨੇ ਬਣਾਏ ਹੋਏ ਆ। ਸੋ ਇਹ ਇੱਕ ਹੋਲਿਸਟਿਕ ਸਟ੍ਰੈਟਜੀ ਹੈ ਜਿਹੜੀ ਅਡਾਪਟ ਕੀਤੀ ਜਾਏਗੀ ਫਿਊਚਰ ਦੇ ਵਿੱਚ, ਤਾਂ ਜੋ ਜਿਨ੍ਹਾਂ ਨੂੰ ਡਰੱਗਸ ਦੀ ਨਾਨ ਅਵੇਲੇਬਿਲਿਟੀ ਕਰਕੇ ਕੋਈ ਵਿਡਰੋਲ ਸਿੰਪਟਮਸ ਜਾਂ ਹੈਲਥ ਇਸ਼ੂਜ਼ ਆ ਰਹੇ, ਉਹਨਾਂ ਨੂੰ ਰੀਹੈਬਿਲਿਟੇਟ ਵੀ ਕੀਤਾ ਜਾਵੇ। ਸਭ UNODC ਨਾਲ ਜਿਹੜਾ ਐਗਰੀਮੈਂਟ MOU ਕਰਿਆ ਸੀਗਾ ਉਹਦਾ ਕੀ ਸਟੇਟਸ ਹੈ? ਮੈਨੂੰ ਆਈਡੀਆ ਨਹੀਂ ਹੈ ਜੀ, ਤੁਸੀਂ ਮੈਨੂੰ ਥੋੜਾ ਕੁਐਰੀ ਭੇਜ ਦਿਓ, ਮੈਂ ਤੁਹਾਨੂੰ ਸਪੈਸੀਫਿਕ ਰਿਪਲਾਈ ਦੇ ਦਾਂਗਾ। ਸਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਅਭਿਆਨ ਸ਼ੁਰੂ ਕੀਤਾ ਹੈ ਜੀ, ਪਬਲਿਕ ਦੀ ਸਪੋਰਟ ਦੀ ਬਹੁਤ ਲੋੜ ਹੈ। ਜੀ ਸਪੋਰਟ ਔਰ ਸੀਕ੍ਰੇਸੀ ਮੇਨਟੇਨ ਰੱਖਣ ਲਈ ਕੋਈ ਕਾਲ ਨੰਬਰ ਵਗੈਰਾ ਦਿੱਤਾ ਹੈ? ਨਹੀਂ, ਉਹ ਨਾ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਅਸੀਂ ਕੀਤਾ ਹੈ, ਜਿਸ ਤਰ੍ਹਾਂ
ਕਈ ਜ਼ਿਲ੍ਹਿਆਂ ਨੇ ਅਸੀਂ ਅਲੱਗ-ਅਲੱਗ ਜ਼ਿਲ੍ਹੇ ਦੀ ਇੱਕ ਉਹ ਵੀ ਮੰਗਾਈ ਸੀਗੀ ਕਿ ਉਹਨਾਂ ਦੀ ਕੀ ਸਟ੍ਰੈਟਜੀ ਹੈ। ਸੋ ਕਾਫੀ ਜ਼ਿਲ੍ਹਿਆਂ ਨੇ ਆਪਣੇ ਲੈਵਲ ਤੇ ਕੁਝ ਨੰਬਰਸ ਸਰਕੂਲੇਟ ਕੀਤੇ ਆ, ਕਿਉਂਕਿ ਸੈਂਟਰਲਾਈਜ਼ ਤੇ ਤਾਂ ਬਹੁਤ ਸਟੇਟ ਬੜੀ ਵੱਡੀ ਹੈ, ਕਈ ਵਾਰੀ ਬਹੁਤ ਔਖਾ ਹੋ ਜਾਂਦਾ। ਸੋ ਜ਼ਿਲ੍ਹਾ ਲੈਵਲ ਤੇ ਹੋਣਗੇ, ਔਰ ਉਹਨਾਂ ਨੂੰ ਇਹ ਵੀ ਅਸੀਂ ਵੀ ਜਦੋਂ ਹੁੰਦੇ ਸੀਗੇ ਤਾਂ ਸਖਤ ਹਦਾਇਤਾਂ ਉਹਨਾਂ ਨੂੰ ਕੀਤੀਆਂ ਗਈਆਂ ਕਿ ਕਿਸੇ ਦੀ ਆਇਡੈਂਟੀਟੀ ਡਿਸਕਲੋਜ਼ ਨਾ ਹੋਵੇ। ਬਿਕੋਜ਼ ਜੇ ਆਪਾਂ ਆਇਡੈਂਟੀਟੀ ਡਿਸਕਲੋਜ਼ ਕਰਦੇ ਹਾਂ, ਕਈ ਵਾਰੀ ਬੰਦੇ ਨੇ ਬਹੁਤ ਲਾਗੇ ਵਾਲੇ ਬੰਦੇ ਦੀ, ਕਿਉਂਕਿ ਇਨਫੋਰਮੇਸ਼ਨ ਤਾਂ ਬਹੁਤ ਕਲੋਜ਼ਲੀ ਆਏਗੀ। ਜੇ ਕੋਈ ਇੱਕ ਪਿੰਡ ਆ, ਜੇ ਉਸ ਪਿੰਡ ਦੇ ਵਿੱਚ ਇੱਕ ਮੁਹੱਲਾ ਹੈ, ਮੁਹੱਲੇ ਦੇ ਅੰਦਰੋਂ ਇਨਫੋਰਮੇਸ਼ਨ ਆਏਗੀ। ਸੋ ਬਿਲਕੁਲ ਕਲੀਅਰ ਹੈ ਕਿ ਕਿਸੇ ਦੀ ਆਇਡੈਂਟੀਟੀ ਜਿਹੜੀ ਰਿਵੀਲ ਨਹੀਂ ਕੀਤੀ ਜਾਏਗੀ। ਨੰਬਰ ਜਿਹੜਾ ਵਾ ਉਹ ਏਰੀਆ ਵਾਈਜ਼, ਬਲਕਿ ਅਸੀਂ ਤਾਂ ਇਹ ਵੀ ਇਨਸਟਰਕਸ਼ਨਸ ਦਿੱਤੀਆਂ ਸਾਰੇ ਹਲਕਾ ਜੀਓਸ ਦਾ, SHOs ਦਾ, ਚੌਕੀ ਇੰਚਾਰਜਾਂ ਦਾ, ਉਹਨਾਂ ਦਾ ਨੰਬਰ ਵੀ ਪਬਲਿਕ ਡੋਮੇਨ ਤੇ ਹੋਵੇ, ਥਾਣਿਆਂ ਦੇ ਵਿੱਚ ਲਿਖੇ ਹੋਣ ਤਾਂ ਜੋ ਲੋਕੀ ਉਹਨਾਂ ਨੂੰ ਵੀ ਸੰਪਰਕ ਕਰ ਸਕਣ। ਸਰ ਰੀਸੈਂਟਲੀ ਸਭ ਨੂੰ ਪਤਾ ਲੱਗਿਆ ਹੈ ਕਿ ਇੱਕ DSP ਲੈਵਲ ਦਾ ਆਫੀਸਰ ਇੱਕ ਨਸ਼ਾ ਤਸਕਰ ਦੇ ਨਾਲ ਮਿਲਿਆ ਹੋਇਆ ਸੀ ਕਿ ਉਹਨੂੰ ਕੇਸ 'ਚ ਇਨਵੋਲਵ ਹੋਣ ਤੋਂ ਬਚਾਉਣ ਲਈ, ਤੇ ਇਸ ਸਿਨੈਰੀਓ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ ਸੀਕ੍ਰੇਸੀ ਪਬਲਿਕ ਦੀ ਕਿਸ ਤਰ੍ਹਾਂ ਮੇਨਟੇਨ ਕਰੇਗੀ? ਇਹ ਦੇਖੋ, ਜੇ ਜਿਹੜਾ SSPs ਦਾ ਜਾਂ CPs ਦਾ ਨੰਬਰ ਵੀ ਪਬਲਿਕ ਹੈਗਾ ਹੈ ਜੀ, ਉਹਨਾਂ ਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਆ, ਕਿਉਂਕਿ ਇਹ ਜਿਹੜਾ ਪਾਰਟਿਕੂਲਰ ਇਨਸੀਡੈਂਟ ਵੀ ਕੋਟ ਕਰ ਰਹੇ ਆ, ਉਹਦੇ 'ਚ ਵੀ ਬੜਾ ਸਖਤ ਐਕਸ਼ਨ ਲਿਆ ਗਿਆ ਤੁਰੰਤ ਜੀ। ਸੋ ਜਦੋਂ ਸਾਰਿਆਂ ਨੂੰ ਪਤਾ ਹੁੰਦਾ ਵੀ ਜਿੱਥੇ ਕੋਈ ਇਦਾਂ ਦੀ ਗੱਲ ਆਏਗੀ ਐਕਸ਼ਨ ਸਖਤ ਲਿਆ ਜਾਏਗਾ, ਪਬਲਿਕ ਆਪਣੇ ਆਪ ਇਨਫੋਰਮੇਸ਼ਨ ਦਿੰਦੀ ਹੈ। ਕਿਉਂਕਿ ਜੇ ਆਪਾਂ ਨੂੰ ਸਰਟਨਟੀ ਹੋਵੇ ਨਾ ਜੀ ਕਿ ਜਦੋਂ ਕੋਈ ਤੁਸੀਂ ਮੈਂ ਵੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ, ਜਦੋਂ ਪੱਕਾ ਹੋਵੇ ਕਿ ਇਹਦੇ ਤੇ ਐਕਸ਼ਨ ਬੜਾ ਸਖਤ ਹੋਏਗਾ, ਤੁਰੰਤ ਹੋਏਗਾ, ਸਾਰੇ ਸ਼ੇਅਰ ਕਰਦੇ ਆ। ਔਰ ਜੋ ਰੀਸੈਂਟ ਜਿਹੜਾ ਇਨਸੀਡੈਂਟ ਪਾਰਟਿਕੂਲਰ ਜਿਹੜਾ ਨੇ ਕੋਟ ਕੀਤਾ, ਉਹਦੇ 'ਚ ਤੁਰੰਤ FIR ਦਰਜ ਹੋਈ ਹੈ, ਤੁਰੰਤ ਜਿਹੜਾ ਆਫੀਸਰ ਅਰੈਸਟ ਹੋਇਆ ਹੈ, ਔਰ ਬੜਾ ਵਧੀਆ ਮੈਸੇਜ ਗਿਆ ਪਬਲਿਕ ਦੇ ਵਿੱਚ, ਔਰ ਇਨਫੋਰਮੇਸ਼ਨ ਜਿਹੜੀ ਆ ਹੋਰ ਆਉਣ ਲੱਗੀ ਉਹਦੇ ਨਾਲ ਫਰਦਰ। ਥੈਂਕ ਯੂ ਸੋ ਮਚ। ਕਰ ਰਿਹਾ ਹੈ ਕਿ ਉਸੇ ਕੇਸ ਦੇ ਵਿੱਚ ਇੱਕ DIG ਸਾਹਿਬ ਦਾ ਨਾਮ ਆਇਆ ਨਹੀਂ, ਉਹ ਨਾ ਜੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਦੇ ਦਿੱਤੀ ਗਈ ਆ। ਉਹ ਆਪਣੀ ਫੇਅਰਲੀ ਇਨਵੈਸਟੀਗੇਟ ਕਰਨਗੇ, ਔਰ ਨੈਚੁਰਲੀ ਜੋ ਐਜ਼ ਪਰ ਲਾਅ ਹੋਏਗਾ ਫਰਦਰ ਹੋਏਗਾ ਉਹਦੇ ਵਿੱਚ। ਸਰ ਇੱਕ ਹੁਣੇ ਇੱਕ CM ਸਾਹਿਬ ਨੇ ਇੱਕ ਟਵੀਟ ਕੀਤਾ ਹੈ ਕਿ ਗਵਰਨਰ ਵਾਲੀ ਵਧੀਆ ਕਹਿਣਾ ਮੈਂ ਕਿ ਚੈੱਕ ਕਰ ਲਾਂ ਜੀ ਮੈਂ, ਕਿਉਂਕਿ ਆਈ ਸੀਟ, ਬਟ ਅਦਰਵਾਈਜ਼ ਪੁਲਿਸ ਨੇ ਵੀ ਆਪਣਾ, ਅਸੀਂ ਵੀ ਆਪਣਾ ਇੱਕ ਪੋਰਟਲ ਲਾਂਚ ਕੀਤਾ ਹੈ ਅੱਜ ਹੀ। ਹਾਂ, ਜਿਹੜਾ ਤੁਸੀਂ ਕਹਿ ਰਹੇ ਹੋ ਉਹਦੇ ਉੱਤੇ ਪ੍ਰੋਪਰ ਇੱਕ ਤੁਹਾਡਾ ਲਿੰਕ ਆਇਆ ਹੋਏਗਾ ਨਾਲ, ਉਹਦੇ ਕਿਸੇ ਵੀ ਕਿਸਮ ਦੀ ਕੰਪਲੇਂਟ ਆ ਉਹਦੇ ਤੇ ਬਕਾਇਦਾ ਇੱਕ ਫਲੋ ਚਾਰਟ ਆਏਗਾ। ਸਪੋਜ਼ ਤੁਸੀਂ ਕੋਈ ਕਹਿੰਦਾ ਲੜਾਈ ਝਗੜੇ ਦੀ ਕੰਪਲੇਂਟ ਆ, ਕੋਈ ਕਹਿੰਦਾ ਕਿ ਮੇਰੀ ਕੋਈ ਡਰੱਗਸ ਦੇ ਰਿਲੇਟਡ ਕੰਪਲੇਂਟ ਆ, ਕੋਈ ਹੋਰ ਐਲੀਗੇਸ਼ਨ ਹੁੰਦੇ, ਸੀਰੀਅਸ ਐਲੀਗੇਸ਼ਨਸ ਹੁੰਦੇ ਆ, ਉਹਦੇ ਵਿੱਚ ਤੁਸੀਂ ਪਾ ਸਕਦੇ ਆ ਆਪਣਾ। ਉਹ ਪੋਰਟਲ ਹੈ ਇੱਕ, ਉਹਦਾ ਲਿੰਕ ਅਸੀਂ ਤੁਹਾਡੇ ਨਾਲ ਮੇਰੇ ਖਿਆਲ ਅੱਜ ਸਵੇਰ ਹੀ ਲਾਂਚ ਕੀਤਾ ਸੀਗਾ, ਉਹਦਾ ਲਿੰਕ ਸ਼ੇਅਰ ਕਰ ਲਿਆ ਜਾਏਗਾ। ਹਾਂਜੀ, ਐਗਜ਼ੈਕਟਲੀ। ਉਹਦੇ ਉੱਤੇ ਤੁਸੀਂ ਜਦੋਂ ਵੀ ਉਹਨੂੰ ਕਰੋਗੇ ਨਾ ਜੀ, ਉਹਤੇ ਕਲਿੱਕ ਕਰੋਗੇ, ਸਪੈਸੀਫਿਕ ਜਿਹੜੀ ਤੁਸੀਂ ਕੰਪਲੇਂਟ ਕਰਨੀ ਉਹਦੇ ਤੇ ਆ ਜਾਏਗੀ। ਉਹਦੇ ਵਿੱਚ ਤੁਸੀਂ ਕੰਪਲੇਂਟ ਕਰ ਸਕਦੇ ਆ, ਐਂਡ ਉਹ ਕੰਪਲੇਂਟ ਦੀ ਮੋਨੀਟਰਿੰਗ ਜਿਹੜੀ ਆ ਪੁਲਿਸ ਦੀਆਂ ਜਿਹੜੀਆਂ ਰਿਲੇਟਡ ਕੰਪਲੇਂਟਸ ਨੇ, ਉਹ ADGP ਪਬਲਿਕ ਗ੍ਰੀਵੈਂਸਿਸ ਨੇ, ਉਹਨਾਂ ਦੇ ਲੈਵਲ ਤੇ ਮੋਨੀਟਰਿੰਗ ਹੋਏਗੀ, ਈਵਨ ਹੈੱਡਕੁਆਟਰ ਲੈਵਲ ਤੋਂ ਮੋਨੀਟਰਿੰਗ ਹੋਏਗੀ ਕਿ ਉਸ ਕੰਪਲੇਂਟ ਦਾ, ਹਰ ਕੰਪਲੇਂਟ ਦਾ ਇੱਕ ਪ੍ਰੋਪਰ ਫਾਲੋ ਅਪ ਹੋਏਗਾ ਕਿ ਕੀ ਬਣਿਆ ਉਸ ਕੰਪਲੇਂਟ ਦਾ। ਉਹਦੇ ਵਿੱਚ ਤਾਂ ਬਹੁਤ ਸਾਰਾ ਕੁਝ ਤੁਸੀਂ ਅਲੱਗ-ਅਲੱਗ ਹੈਡਸ ਨੇ, ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਕੰਪਲੇਂਟ, ਔਰ ਟਾਈਮ ਬਾਉਂਡ ਹੋਏਗਾ। ਮੇਨਲੀ ਹੈ ਕਿ ਟਾਈਮ ਬਾਉਂਡ ਹੋਏਗਾ। ਸਰ ਤੁਸੀਂ ਉਹ ਡਰੱਗਸ ਨੂੰ ਜਿਹੜਾ STP ਕੀਤਾ ਸੀਗਾ, ਕੋਈ ਨਾਮ ਰੱਖਦੇ ਸੀ ਕਿ ਜਮਾਂ ਕਿਸੇ ਤੋਂ ਇਨਫੋਰਮਰ ਨੂੰ ਤਾਂ ਕਰਕੇ ਅਜਿਹੀ ਸੇ ਹੈ ਉਹ ਚੱਲਦਾ ਪਿਆ? ਨਹੀਂ, ਉਹ ਹੈਗਾ ਜੀ, ਪਰ ਨਾ ਆਪਾਂ ਇਨਫੋਰਮਰ ਦੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦੇ। ਉਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੋਣੇ ਕਿ ਉਹ ਆਈਡੈਂਟੀਟੀ, ਕਿਉਂਕਿ ਬੜੇ ਸੈਂਸਿਟਿਵ ਇਸ਼ੂਜ਼ ਹੁੰਦੇ ਆ, ਉਹ ਅਸੀਂ ਕਰਦੇ ਆ, ਜਿਹੜਾ ਰਿਵਾਰਡ ਵੀ ਕਰਦੇ ਆ, ਬਟ ਖਾਸ ਕਰਕੇ ਇਹਨਾਂ ਇਸ਼ੂਜ਼ ਦੇ ਵਿੱਚ ਆਪਾਂ ਇਨਫੋਰਮਰਸ ਦੀ ਆਇਡੈਂਟੀਟੀ ਕਿਸੇ ਵੀ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ। ਹਾਂ, ਪੁਲਿਸ ਅਫੀਸ਼ੀਅਲ ਜਿਹੜੇ ਚੰਗਾ ਕੰਮ ਕਰਨਗੇ ਉਹਨਾਂ ਨੂੰ ਜ਼ਰੂਰ ਪਬਲਿਕਲੀ ਰਿਵਾਰਡ ਕੀਤਾ ਜਾਏਗਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀ। ਚਾਹ ਦਾ ਹਾਂਜੀ।